ਮੇਰੀ ਮਾਲਕਣ ਦੀ ਛੋਟੀ ਧੀ ਰੋਜ਼ ਰਾਤ ਨੂੰ ਕਮਰੇ ਵਿੱਚ ਤੇਲ ਅਤੇ ਕੇਲਾ ਲੈ ਕੇ ਜਾਂਦੀ ਸੀ ਅਤੇ ਕੁਝ ਘੰਟਿਆਂ ਬਾਅਦ ਜਦੋਂ ਉਹ ਬਾਹਰ ਆਉਂਦੀ ਸੀ ਤਾਂ ਉਹ ਪਸੀਨੇ ਨਾਲ ਭਿੱਜੀ ਹੋਈ ਬਾਹਰ ਆਉਂਦੀ। ਉਹ ਇਹ ਕੰਮ ਸਾਰਿਆਂ ਤੋਂ ਲੁਕ ਕੇ ਕਰਦੀ ਸੀ, ਪਰ ਮੇਰੀ ਨਜ਼ਰ ਉਸ ਤੇ ਪੈ ਹੀ ਜਾਂਦੀ ਕਿਉਂਕਿ ਮੈਂ ਰਸੋਈ ਵਿੱਚ ਕੰਮ ਕਰ ਰਹੀ ਹੁੰਦੀ ਸੀ। ਉਹ ਇਹ ਕੰਮ ਹਰ ਰੋਜ਼ ਕਰਦੀ ਸੀ। ਮੈਂ ਉਸ ਦੇ ਕਮਰੇ ਵਿੱਚ ਲੁਕ ਕੇ ਉਸ ਦਾ ਰਾਜ਼ ਜਾਣਨਾ ਚਾਹੁੰਦੀ ਸੀ ਕਿ ਉਹ ਤੇਲ ਦਾ ਕੀ ਕਰਦੀ ਆ। ਕਮਰੇ ਵਿੱਚ ਆਏ ਨੂੰ ਅਜੇ ਕੁਝ ਹੀ ਸਮਾਂ ਹੋਇਆ ਸੀ। ਮੈਂ ਜਾਗ ਕੇ ਦੇਖਿਆ। ਮੈਂ ਜੋ ਦੇਖਿਆ ਉਹ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮੇਰਾ ਨਾਮ ਹੇਮਾ ਹੈ। ਮੈਂ ਗਰੀਬ ਘਰ ਵਿੱਚ ਪੈਦਾ ਹੋਈ ਸੀ। ਮੇਰੇ ਮਾਤਾ ਪਿਤਾ ਲੋਕਾਂ ਦੇ ਖੇਤਾਂ ਵਿੱਚ ਕੰਮ ਕਰਦੇ ਸਨ। ਫਿਰ ਅਸੀਂ 2 ਵਕਤ ਦੀ ਰੋਟੀ ਖਾਂਦੇ। ਮੈਂ ਆਪਣੇ ਮਾਪਿਆਂ ਦੀ ਇਕਲੌਤੀ ਸੰਤਾਨ ਸੀ। ਮੇਰੇ ਮਾਤਾ ਪਿਤਾ ਗਰੀਬ ਹੋਣ ਕਰਕੇ ਮੈਨੂੰ ਪੜ੍ਹਾ ਲਿਖਾ ਨਾ ਸਕੇ। ਸਾਡੇ ਦਿਨ ਬੀਤਦੇ ਗਏ। ਮੈਂ 10 ਸਾਲ ਦੀ ਹੋ ਗਈ। ਮੈਨੂੰ ਬਹੁਤ ਦੁੱਖ ਹੁੰਦਾ ਜਦੋਂ ਮੈਂ ਆਪਣੇ ਮਾਤਾ ਪਿਤਾ ਨੂੰ ਲੋਕਾਂ ਦੇ ਖੇਤਾਂ ਵਿੱਚ ਦਿਨ ਰਾਤ ਕੰਮ ਕਰਦੇ ਦੇਖਦੀ। ਇਸ ਕਾਰਨ ਮੈਂ ਵੀ ਉਹਨਾਂ ਨਾਲ ਕੰਮ ਤੇ ਜਾਇਆ ਕਰਦੀ ਸੀ। ਕੁਝ ਦਿਨਾਂ ਬਾਅਦ ਪਿਤਾ ਜੀ ਦੀ ਤਬੀਅਤ ਵਿਗੜ ਗਈ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਕਿਹਾ ਕਿ ਹਜ਼ਾਰਾਂ ਦਾ ਖਰਚਾ ਹੋਵੇਗਾ। ਸਾਡੇ ਕੋਲ ਇੰਨੇ ਪੈਸੇ ਨਹੀਂ ਸਨ। ਇਸੇ ਲਈ ਮੇਰੀ ਮਾਂ ਜ਼ਿਮੀਂਦਾਰ ਕੋਲ ਗਈ, ਜਿਨ੍ਹਾਂ ਦੇ ਖੇਤਾਂ ਵਿੱਚ ਅਸੀਂ ਕੰਮ ਕਰਦੇ ਸੀ। ਉਹਨਾਂ ਦੇ ਸਾਹਮਣੇ ਆਪਣੀ ਝੋਲੀ ਵਿਛਾ ਕੇ ਮਦਦ ਮੰਗਣ ਲੱਗੀ, ਪਰ ਜ਼ਿਮੀਂਦਾਰ ਨੇ ਇਹ ਰਕਮ ਦੇਣ ਤੋਂ ਮਨਾ ਕਰ ਦਿੱਤਾ। ਹਾਲਾਂਕਿ ਉਹਨਾਂ ਲਈ ਇੰਨਾ ਪੈਸਾ ਦੇਣਾ ਕੋਈ ਵੱਡੀ ਗੱਲ ਨਹੀਂ ਸੀ, ਪਰ ਫਿਰ ਵੀ ਉਹਨਾਂ ਨੇ ਸਾਡੀ ਮਦਦ ਨਹੀਂ ਕੀਤੀ। ਇਸੇ ਲਈ ਮੇਰੇ ਪਿਤਾ ਜੀ ਨਹੀਂ ਰਹੇ ਅਤੇ ਉਹ ਸਾਨੂੰ ਅਤੇ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ। ਹੁਣ ਇੱਥੇ ਸਾਡਾ ਕੋਈ ਸਹਾਰਾ ਨਹੀਂ ਰਿਹਾ। ਮੈਂ ਅਤੇ ਮੇਰੀ ਮਾਂ ਨੇ ਆਪਣੇ ਆਪ ਨੂੰ ਸੰਭਾਲਿਆ ਅਤੇ ਆਪਣੀ ਜ਼ਿੰਦਗੀ ਦੁਬਾਰਾ ਜਿਉਣ ਲੱਗ ਪਏ। ਮੈਂ ਅਤੇ ਮੇਰੀ ਮਾਂ ਨੇ ਆਪਣਾ ਘਰ ਦਾ ਗੁਜ਼ਾਰਾ ਕਰਨ ਲਈ ਖੇਤਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮੇਰੇ ਮਨ ਵਿੱਚ ਜ਼ਿਮੀਂਦਾਰ ਪ੍ਰਤੀ ਬਹੁਤ ਗੁੱਸਾ ਸੀ, ਪਰ ਮੈਂ ਕੁਝ ਨਹੀਂ ਕਰ ਸਕਦੀ ਸੀ। ਇੱਕ ਦਿਨ ਸ਼ਹਿਰ ਤੋਂ ਕੁਝ ਵੱਡੇ ਲੋਕ ਆਏ, ਜਿਨ੍ਹਾਂ ਦਾ ਜਨਮ ਦਿਨ ਸੀ। ਉਹਨਾਂ ਨੇ ਚੰਗੇ ਪਕਵਾਨ ਸਾਨੂੰ ਗਰੀਬਾਂ ਨੂੰ ਦਿੱਤੇ। ਸਾਨੂੰ ਇਹ ਵੀ ਨਹੀਂ ਪਤਾ ਸੀ ਕਿ ਸਾਡਾ ਜਨਮ ਦਿਨ ਕਦੋਂ ਹੋਵੇਗਾ, ਪਰ ਅਸੀਂ ਉਹਨਾਂ ਬਜ਼ੁਰਗਾਂ ਦੁਆਰਾ ਦਿੱਤਾ ਭੋਜਨ ਖਾ ਕੇ ਅਰਦਾਸ ਕੀਤੀ। ਕੁਝ ਦਿਨ ਇਸੇ ਤਰ੍ਹਾਂ ਲੰਘ ਗਏ। ਫਿਰ ਅਚਾਨਕ ਇੱਕ ਦਿਨ ਦਿਲ ਦਾ ਦੌਰਾ ਪੈਣ ਕਾਰਨ ਮੇਰੀ ਮਾਂ ਇਸ ਦੁਨੀਆ ਤੋਂ ਚਲੀ ਗਈ। ਹੁਣ ਮੇਰੇ ਉੱਤੇ ਦੁੱਖਾਂ ਦਾ ਪਹਾੜ ਡਿੱਗ ਪਿਆ। ਮੇਰੀ ਮਾਂ ਮੇਰਾ ਇੱਕੋ ਇੱਕ ਸਹਾਰਾ ਸੀ। ਹੁਣ ਉਹ ਵੀ ਮੈਨੂੰ ਛੱਡ ਗਈ ਸੀ। ਮੈਂ ਪੂਰੀ ਤਰ੍ਹਾਂ ਟੁੱਟ ਗਈ ਸੀ। ਇਸ ਤਰ੍ਹਾਂ ਮੇਰੇ ਚਾਚਾ ਚਾਚੀ ਨੇ ਮੈਨੂੰ ਆਪਣੇ ਕੋਲ ਰੱਖਿਆ। ਆਖਰਕਾਰ ਆਪਣੇ ਤਾਂ ਆਪਣੇ ਹੀ ਹੁੰਦੇ ਹਨ। ਹੁਣ ਮੈਂ ਆਪਣੇ ਅਤੇ ਪਰਾਏ ਵਿੱਚ ਫਰਕ ਸਮਝ ਸਕਦੀ ਸੀ। ਮੇਰੇ ਚਾਚਾ ਚਾਚੀ ਆਪਣੀ ਧੀ ਨੂੰ ਚੰਗਾ ਖਾਣਾ, ਕੱਪੜੇ ਸਭ ਕੁਝ ਦਿੰਦੇ, ਪਰ ਮੇਰੇ ਤੋਂ ਉਹ ਘਰ ਦਾ ਸਾਰਾ ਕੰਮ ਕਰਵਾਉਂਦੇ। ਚੰਗਾ ਬੋਲਣਾ ਤਾਂ ਦੂਰ, ਉਹ ਮੇਰੇ ਵੱਲ ਵੇਖਦੇ ਵੀ ਨਹੀਂ ਸੀ ਕਿ ਮੈਂ ਕਿਵੇਂ ਹਾਂ। ਮੈਂ ਆਪਣੀ ਕਿਸਮਤ ਸਮਝ ਕੇ ਸਵੀਕਾਰ ਕਰ ਲਿਆ। ਇੱਕ ਦਿਨ ਮੈਂ ਘਰ ਵਿੱਚ ਭਾਂਡੇ ਸਾਫ਼ ਕਰ ਰਹੀ ਸੀ ਤਾਂ ਮੇਰੇ ਚਾਚਾ ਜੀ ਨੇ ਆ ਕੇ ਮੇਰੀ ਚਾਚੀ ਨੂੰ ਦੱਸਿਆ ਕਿ ਸ਼ਹਿਰ ਦੇ ਇੱਕ ਘਰ ਵਿੱਚ ਕੰਮ ਵਾਲੀ ਦੀ ਲੋੜ ਹੈ। ਕਿਉਂ ਨਾ ਹੇਮਾ ਨੂੰ ਉੱਥੇ ਕੰਮ ਤੇ ਲਾ ਦਿੱਤਾ ਜਾਵੇ। ਸਾਨੂੰ ਪੈਸਾ ਮਿਲਦਾ ਰਹੇਗਾ ਅਤੇ ਹੇਮਾ ਉੱਥੇ ਕੰਮ ਕਰਦੀ ਰਹੇਗੀ। ਮੇਰੀ ਚਾਚੀ ਵੀ ਇਹ ਸੁਣ ਕੇ ਬਹੁਤ ਖੁਸ਼ ਹੋ ਗਈ। ਅਗਲੇ ਦਿਨ ਮੇਰਾ ਚਾਚਾ ਮੈਨੂੰ ਆਪਣੇ ਨਾਲ ਸ਼ਹਿਰ ਲੈ ਗਿਆ। ਅਸੀਂ ਉੱਥੇ ਇੱਕ ਵੱਡੇ ਘਰ ਵਿੱਚ ਚਲੇ ਗਏ, ਜਿੱਥੇ ਇੱਕ ਔਰਤ ਆਪਣੀਆਂ 2 ਬੇਟੀਆਂ ਨਾਲ ਬੈਠੀ ਸੀ। ਚਾਚੇ ਨੇ ਉਸ ਨੂੰ ਨਮਸਕਾਰ ਕੀਤੀ ਅਤੇ ਮੇਰੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਅੱਜ ਤੋਂ ਉਹ ਤੁਹਾਡੇ ਘਰ ਦਾ ਸਾਰਾ ਕੰਮ ਕਰੇਗੀ। ਮੈਂ ਸਵੇਰੇ ਛੱਡ ਜਾਇਆ ਕਰੂੰਗਾ ਅਤੇ ਸ਼ਾਮ ਨੂੰ ਇਸ ਤਰ੍ਹਾਂ ਲੈ ਜਾਇਆ ਕਰੂੰਗਾ। ਉਸ ਮਾਲਕਣ ਨੇ ਮੈਨੂੰ ਪੁੱਛਿਆ ਕਿ ਮੈਂ ਉਸ ਦੇ ਘਰ ਦਾ ਸਾਰਾ ਕੰਮ ਕਰ ਸਕਦੀ ਹਾਂ ਜਾਂ ਨਹੀਂ। ਮੈਂ ਬਿਨਾਂ ਕੁਝ ਕਹੇ ਕਿਹਾ ਹਾਂ ਵਿੱਚ ਮੈਂ ਸਿਰ ਹਿਲਾ ਦਿੱਤਾ। ਇੰਨੇ ਵੱਡੇ ਘਰ ਦਾ ਸਾਰਾ ਕੰਮ ਇਕੱਲੇ ਕਰਨਾ ਮੇਰੇ ਲਈ ਬਹੁਤ ਔਖਾ ਹੋ ਰਿਹਾ ਸੀ, ਪਰ ਮੈਂ ਹਾਂ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦੀ ਸੀ ਕਿਉਂਕਿ ਮੇਰੇ ਮਨ ਵਿੱਚ ਚਾਚਾ ਚਾਚੀ ਦਾ ਡਰ ਸੀ। ਮਾਲਕਣ ਨੇ ਮੈਨੂੰ ਘਰ ਦਾ ਸਾਰਾ ਕੰਮ ਸਮਝਾ ਦਿੱਤਾ। ਮੈਂ ਰਸੋਈ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮੈਂ ਸਾਰਾ ਦਿਨ ਕੰਮ ਕਰਦੀ ਸੀ ਅਤੇ ਮੇਰੇ ਚਾਚਾ ਸ਼ਾਮ ਨੂੰ ਮੈਨੂੰ ਲੈ ਜਾਂਦੇ। ਘਰ ਜਾ ਕੇ ਮੈਨੂੰ ਉਹੀ ਸੁੱਕੀ ਰੋਟੀ ਖਾਣ ਨੂੰ ਮਿਲਦੀ ਅਤੇ ਰੋਟੀ ਖਾ ਕੇ ਸੌਂ ਜਾਂਦੀ। ਅਗਲੇ ਦਿਨ ਮੇਰਾ ਚਾਚਾ ਮੈਨੂੰ ਮਾਲਕਣ ਦੇ ਘਰ ਛੱਡ ਦਿੰਦੇ। ਕੁਝ ਦਿਨ ਇਸੇ ਤਰ੍ਹਾਂ ਚੱਲਦਾ ਰਿਹਾ। ਇੱਕ ਦਿਨ ਮਾਲਕਣ ਦੇ ਘਰ ਕੋਈ ਮਹਿਮਾਨ ਆਏ, ਇਸ ਲਈ ਕੰਮ ਬਹੁਤ ਸੀ। ਇਸੇ ਕਰਕੇ ਮਾਲਕਣ ਨੇ ਸ਼ਾਮ ਨੂੰ ਮੈਨੂੰ ਘਰ ਨਹੀਂ ਭੇਜਿਆ। ਉਸਨੇ ਮੇਰੇ ਚਾਚੇ ਨੂੰ ਕਿਹਾ ਕਿ ਹੇਮਾ ਨੂੰ ਇੱਥੇ ਰਹਿਣ ਦਿਓ। ਜਿੰਨਾ ਟਾਈਮ ਸਾਡੇ ਮਹਿਮਾਨ ਇੱਥੇ ਹਨ ਤਾਂ ਜੋ ਦੇਰ ਰਾਤ ਖਾਣਾ ਖਾਂਦੇ ਹੈ
ਇਸ ਨਾਲ ਕੰਮ ਵੀ ਵੱਧਦਾ ਹੈ। ਮੇਰਾ ਚਾਚਾ ਮੈਨੂੰ ਉੱਥੇ ਛੱਡ ਕੇ ਆਪ ਘਰ ਚਲਾ ਗਿਆ। ਮੈਂ ਦੇਰ ਰਾਤ ਤੱਕ ਉੱਥੇ ਕੰਮ ਕੀਤਾ ਅਤੇ ਮੈਨੂੰ ਰਹਿਣ ਲਈ ਅਲੱਗ ਕਮਰਾ ਦੇ ਦਿੱਤਾ। ਮੈਨੂੰ ਚਾਚਾ ਚਾਚੀ ਦੇ ਘਰ ਨਾਲੋਂ ਚੰਗਾ ਲੱਗਿਆ ਕਿਉਂਕਿ ਮੈਨੂੰ ਚੰਗਾ ਖਾਣਾ ਅਤੇ ਪੱਖੇ ਵਾਲੇ ਕਮਰੇ ਵਿੱਚ ਰਹਿਣ ਦੀ ਇਜਾਜ਼ਤ ਸੀ। ਪਰ ਜਦੋਂ ਵੀ ਮੈਂ ਮਾਲਕਣ ਨੂੰ ਆਪਣੀਆਂ ਧੀਆਂ ਨਾਲ ਦੇਖਿਆ ਤਾਂ ਮੈਨੂੰ ਆਪਣੀ ਮਾਂ ਦੀ ਯਾਦ ਆ ਜਾਂਦੀ। ਕੁਝ ਦਿਨ ਇਸੇ ਤਰ੍ਹਾਂ ਲੰਘ ਗਏ। ਮਹਿਮਾਨ ਚਲੇ ਗਏ ਪਰ ਮਾਲਕਣ ਨੇ ਮੈਨੂੰ ਘਰ ਨਹੀਂ ਭੇਜਿਆ। ਉਹਨਾਂ ਨੇ ਮੇਰੇ ਚਾਚਾ ਜੀ ਨੂੰ ਸਾਫ਼ ਬੋਲ ਦਿੱਤਾ ਕਿ ਹੇਮਾ ਹੁਣ ਇੱਥੇ ਹੀ ਰਹੇਗੀ। ਹੁਣ ਮੇਰੀ ਮਾਲਕਣ ਅਤੇ ਉਸਦੀ ਛੋਟੀ ਧੀ ਨਾਲ ਬਹੁਤ ਚੰਗੀ ਬਣਦੀ ਸੀ। ਮਾਲਕਣ ਨੇ ਮੈਨੂੰ ਤਿਉਹਾਰ ਤੇ ਨਵੇਂ ਕੱਪੜੇ ਵੀ ਦਿੱਤੇ। ਮਾਲਕਣ ਦੀ ਧੀ ਬਹੁਤ ਚੰਗੀ ਸੀ। ਉਹ ਮੇਰੇ ਨਾਲ ਘੁਲ ਮਿਲ ਗਈ ਸੀ। ਪਰ ਉਸ ਦੀ ਵੱਡੀ ਭੈਣ ਬਹੁਤ ਗੁੱਸੇ ਵਾਲੀ ਸੀ। ਉਹ ਮੈਨੂੰ ਨੌਕਰਾਣੀ ਹੀ ਬੋਲਦੀ ਸੀ ਤੇ ਠੀਕ ਤਰ੍ਹਾਂ ਗੱਲ ਵੀ ਨਹੀਂ ਕਰਦੀ ਸੀ। ਇੱਕ ਦਿਨ ਮਾਲਕਣ ਅਤੇ ਉਸ ਦੀਆਂ ਧੀਆਂ ਨੇ ਕਿਸੇ ਵਿਆਹ ਤੇ 2 ਦਿਨ ਲਈ ਬਾਹਰ ਜਾਣਾ ਸੀ। ਮਾਲਕਣ ਨੇ ਮੈਨੂੰ ਕਿਹਾ ਕਿ ਤੁਸੀਂ ਮੇਰੇ ਘਰ ਦਾ ਧਿਆਨ ਰੱਖਣਾ ਅਤੇ ਘਰ ਦੀ ਚੰਗੀ ਤਰ੍ਹਾਂ ਦੇਖਭਾਲ ਕਰਨਾ। ਹੁਣ ਇੰਨੇ ਦਿਨਾਂ ਤੋਂ ਮੈਂ ਉਹਨਾਂ ਦੀ ਦੇਖਭਾਲ ਕਰ ਰਹੀ ਸੀ। ਉਹਨਾਂ ਨੂੰ ਮੇਰੇ ਤੇ ਭਰੋਸਾ ਹੋ ਗਿਆ ਸੀ ਪਰ ਮੈਂ ਇੰਨੇ ਵੱਡੇ ਘਰ ਵਿੱਚ ਇਕੱਲੇ ਰਹਿਣ ਤੋਂ ਇਨਕਾਰ ਕਰ ਦਿੱਤਾ। ਖੈਰ, ਫਿਰ ਮਾਲਕਣ ਨੇ ਚਾਚੇ ਨੂੰ ਉੱਥੇ ਬੁਲਾਇਆ ਅਤੇ ਉਹਨਾਂ ਨੂੰ ਮੇਰੇ ਕੋਲ ਰਹਿਣ ਲਈ ਕਿਹਾ। ਚਾਚੇ ਨੇ ਝੱਟ ਹਾਂ ਕਹਿ ਦਿੱਤੀ ਤੇ ਮਾਲਕਣ ਚਲੀ ਗਈ। ਮੈਂ ਆਪਣਾ ਅਤੇ ਚਾਚੇ ਦਾ ਖਾਣਾ ਪਕਾਇਆ ਅਤੇ ਖਾ ਕੇ ਸੌਂ ਗਈ। ਰਾਤ ਕਰੀਬ 12 ਵਜੇ ਮੇਰੇ ਚਾਚਾ ਜੀ ਉੱਠ ਕੇ ਕਮਰੇ ਦਾ ਦਰਵਾਜ਼ਾ ਖੋਲ੍ਹ ਕੇ ਬਾਹਰ ਚਲੇ ਗਏ। ਪਹਿਲਾਂ ਮੈਂ ਸੋਚਿਆ ਸ਼ਾਇਦ ਪਾਣੀ ਪੀਣ ਰਸੋਈ ਵਿੱਚ ਗਏ ਨੇ। ਮੈਂ ਕੁਝ ਟਾਈਮ ਉਡੀਕ ਕਰਦੀ ਰਹੀ, ਉਹ ਵਾਪਸ ਨਹੀਂ ਆਏ ਤਾਂ ਮੈਂ ਇਹ ਦੇਖਣ ਲਈ ਬਾਹਰ ਚਲੀ ਗਈ ਕਿ ਉਹ ਕਿੱਥੇ ਗਏ। ਇੱਧਰ ਉੱਧਰ ਦੇਖਣ ਤੋਂ ਬਾਅਦ ਮੈਨੂੰ ਮਾਲਕਣ ਦੇ ਕਮਰੇ ਵਿੱਚੋਂ ਆਵਾਜ਼ ਆਈ। ਜਿਵੇਂ ਹੀ ਮੈਂ ਉਸਦੇ ਕਮਰੇ ਵਿੱਚ ਗਈ ਤਾਂ ਦੇਖਿਆ ਕਿ ਚਾਚਾ ਮਾਲਕਣ ਦੀ ਅਲਮਾਰੀ ਲੱਭ ਰਿਹਾ ਸੀ। ਮੈਂ ਪੁੱਛਿਆ ਕੀ ਲੱਭ ਰਹੇ ਹੋ? ਚਾਚਾ ਜੀ ਮੈਨੂੰ ਦੇਖ ਕੇ ਘਬਰਾ ਗਏ। ਉਸਨੇ ਕਿਹਾ ਕੁਝ ਨਹੀਂ, ਸਿਰਫ ਇਹ ਹੀ ਦੇਖ ਰਿਹਾ ਸੀ ਕਿ ਅਲਮਾਰੀ ਕਿੰਨੀ ਸੋਹਣੀ ਹੈ। ਮੈਂ ਸਮਝ ਗਈ ਸੀ ਕਿ ਚਾਚਾ ਜੀ ਇੱਥੇ ਚੋਰੀ ਦੇ ਮੂਡ ਵਿੱਚ ਹਨ। ਇੰਨਾ ਵੱਡਾ ਘਰ ਅਤੇ ਇੰਨੇ ਅਮੀਰਾਂ ਲੋਕਾਂ ਦੇ ਘਰ ਵਿੱਚ ਆਪਣੇ ਆਪ ਨੂੰ ਇਕੱਲਾ ਸਮਝ ਕੁਝ ਲੋਕਾਂ ਦੇ ਮਨ ਵਿੱਚ ਪਾਪ ਭਰ ਹੀ ਜਾਂਦਾ ਹੈ। ਤਾਂ ਮੇਰਾ ਚਾਚਾ ਇਹੋ ਜਿਹਾ ਸੀ। ਪਿੰਡ ਵਿੱਚੋਂ ਛੋਟੀਆਂ-ਮੋਟੀਆਂ ਚੋਰੀਆਂ ਕਰਦੇ ਰਹਿੰਦੇ ਸੀ ਪਰ ਮੈਨੂੰ ਡਰ ਸੀ ਕਿ ਚਾਚਾ ਇੱਥੇ ਕੁਝ ਗਲਤ ਨਾ ਕਰ ਦੇਵੇ ਕਿਉਂਕਿ ਮੈਂ ਮਾਲਕਣ ਦਾ ਭਰੋਸਾ ਨਹੀਂ ਤੋੜਨਾ ਚਾਹੁੰਦੀ ਸੀ। ਹਰ ਵੇਲੇ ਚਾਚੇ ਤੇ ਨਜ਼ਰ ਰੱਖਣ ਲੱਗ ਪਈ। ਮੈਂ ਉਹਨਾਂ ਨੂੰ ਇੱਕ ਪਲ ਵੀ ਇਕੱਲਾ ਨਹੀਂ ਛੱਡਿਆ। 2 ਦਿਨ ਇਸੇ ਤਰ੍ਹਾਂ ਬੀਤ ਗਏ। ਰਾਤ ਨੂੰ ਮੈਂ ਗੂੜੀ ਨੀਂਦ ਵੀ ਨਾ ਸੌਂ ਸਕੀ ਅਤੇ ਮਾਲਕਣ ਅਤੇ ਉਸ ਦੀਆਂ ਧੀਆਂ ਵਾਪਸ ਆ ਗਈਆਂ। ਉਸ ਦੇ ਆਉਣ ਤੋਂ ਬਾਅਦ ਚਾਚਾ ਜੀ ਵੀ ਵਾਪਸ ਚਲੇ ਗਏ। ਮਾਲਕਣ ਮੇਰੇ ਲਈ ਕੁਝ ਕੱਪੜੇ ਲੈ ਕੇ ਆਈ ਜਿਸ ਨੂੰ ਪਾ ਕੇ ਮੈਂ ਬਹੁਤ ਖੁਸ਼ ਹੋਈ। ਇੱਕ ਰਾਤ ਮੈਂ ਰਸੋਈ ਵਿੱਚ ਕੰਮ ਕਰ ਰਹੀ ਸੀ। ਫਿਰ ਮੈਂ ਦੇਖਿਆ ਕਿ ਮਾਲਕਣ ਦੀ ਛੋਟੀ ਧੀ ਮੀਨਾ ਆਪਣੇ ਕਮਰੇ ਵਿੱਚ ਇਕੱਲੀ ਸੀ। ਉਹ ਚੋਰਾਂ ਵਾਂਗ ਕਮਰੇ ਵਿੱਚ ਕੇਲਾ ਅਤੇ ਤੇਲ ਲਿਜਾ ਰਹੀ ਸੀ ਜਿਵੇਂ ਉਸ ਨੂੰ ਕਿਸੇ ਨੇ ਦੇਖਿਆ ਹੀ ਨਾ ਹੋਵੇ। ਮੈਂ ਥੋੜਾ ਜਿਹਾ ਉਤੇਜਿਤ ਮਹਿਸੂਸ ਕੀਤਾ ਕਿ ਆਖਿਰ ਮੀਨਾ ਦੀਦੀ ਨੇ ਕੇਲਾ ਤੇ ਤੇਲ ਦਾ ਕੀ ਕਰਨਾ। ਦਰਅਸਲ ਕੁਝ ਸਮਾਂ ਪਹਿਲਾਂ ਮਾਲਕਣ ਦੇ ਪਤੀ ਗੁਜ਼ਰ ਗਏ ਸੀ। ਉਦੋਂ ਤੋਂ ਉਹ ਆਪਣੀਆਂ 2 ਬੇਟੀਆਂ ਨਾਲ ਇਕੱਲੀ ਰਹਿੰਦੀ ਹੈ। ਜ਼ਮੀਨ ਜਾਇਦਾਦ ਕਾਰਨ ਉਸ ਦੇ ਦਿਨ ਚੰਗੇ ਚੱਲ ਰਹੇ ਸੀ। ਮੈਂ ਮੀਨਾ ਦੀਦੀ ਦੀਆਂ ਗੱਲਾਂ ਨੂੰ ਇੰਨੀ ਗੰਭੀਰਤਾ ਨਾਲ ਨਹੀਂ ਲਿਆ ਕਿਉਂਕਿ ਮੈਂ ਸੋਚਿਆ ਕਿ ਪੜ੍ਹਾਈ ਕਰਨ ਵਾਲੀ ਕੁੜੀ ਕੁਝ ਕਰਦੀ ਹੋਵੇਗੀ। ਅੱਜ ਕੱਲ੍ਹ ਮੀਨਾ ਦੀਦੀ ਦੀਆਂ ਸਹੇਲੀਆਂ ਘਰ ਆਉਂਦੀਆਂ ਜਾਂਦੀਆਂ ਸਨ ਅਤੇ ਉਹ ਮਿਲ ਕੇ ਕੋਈ ਨਾ ਕੋਈ ਪ੍ਰੈਕਟੀਕਲ ਕਰਦੀਆਂ ਹੋਣਗੀਆਂ। ਇੱਕ ਦਿਨ ਮੈਂ ਮੀਨਾ ਦੀਦੀ ਨੂੰ ਪੁੱਛਿਆ ਕਿ ਤੁਸੀਂ ਕੁੜੀਆਂ ਇੱਕ ਦੂਜੇ ਨਾਲ ਮਿਲ ਕੇ ਕੀ ਕਰਦੇ ਹੋ? ਉਸ ਨੇ ਮੈਨੂੰ ਦੱਸਿਆ ਕਿ ਅਸੀਂ ਸਾਇੰਸ ਪੜ੍ਹਦੀਆਂ ਹਾਂ, ਇਸ ਲਈ ਇਹ ਸਾਰੇ ਪ੍ਰੈਕਟੀਕਲ ਕਰਦੀਆਂ ਹਾਂ। ਮੈਨੂੰ ਕੁਝ ਸਮਝ ਨਹੀਂ ਆਇਆ ਕਿਉਂਕਿ ਮੈਂ ਕਦੇ ਸਕੂਲ ਨਹੀਂ ਗਈ ਤਾਂ ਮੈਨੂੰ ਕਿਵੇਂ ਪਤਾ ਲੱਗੇਗਾ। ਇਹੀ ਕਾਰਨ ਸੀ ਕਿ ਮੈਂ ਮੀਨਾ ਦੀਦੀ ਦੀ ਕੇਲੇ ਅਤੇ ਤੇਲ ਵਾਲੀ ਗੱਲ ਨੂੰ ਅਣਦੇਖੀ ਕਰ ਦਿੱਤਾ। ਮੈਂ ਸਾਰਿਆਂ ਨੂੰ ਖਾਣਾ ਖਵਾ ਕੇ ਭਾਂਡੇ ਸਾਫ਼ ਕੀਤੇ ਅਤੇ ਰਸੋਈ ਦੀ ਸਫਾਈ ਕੀਤੀ। ਇਸ ਦੌਰਾਨ ਦੀਦੀ ਹਰ ਰੋਜ਼ ਫਰਿੱਜ ਚੋਂ ਕੇਲਾ ਕੱਢ ਕੇ ਕਟੋਰੇ ਵਿੱਚ ਤੇਲ ਪਾ ਕੇ ਆਪਣੇ ਕਮਰੇ ਵਿੱਚ ਲੈ ਜਾਂਦੀ ਸੀ। ਹੁਣ ਤਾਂ ਰੋਜ਼ ਦਾ ਕੰਮ ਹੋ ਗਿਆ ਸੀ। ਮੇਰਾ ਕਮਰਾ ਦੀਦੀ ਦੇ ਕਮਰੇ ਦੇ ਸਾਹਮਣੇ ਸੀ। ਦੀਦੀ ਦੇਰ ਰਾਤ ਨੂੰ ਕਮਰੇ ਤੋਂ ਬਾਹਰ ਆਉਂਦੀ ਅਤੇ ਆਪਣੇ ਹੱਥ ਸਾਫ਼ ਕਰਦੀ। ਉਸ ਦਾ ਸਾਰਾ ਸਰੀਰ ਪਸੀਨੇ ਨਾਲ ਭਿੱਜਿਆ ਹੋਇਆ ਹੁੰਦਾ। ਕਈ ਵਾਰ ਜਦੋਂ ਮੈਂ ਜਾਗਦੀ ਹੁੰਦੀ ਤਾਂ ਇਹ ਸਭ ਕੁਝ ਦੇਖ ਲੈਂਦੀ, ਨਹੀਂ ਤਾਂ ਹਰ ਰੋਜ਼ ਮੈਂ ਦੀਦੀ ਨੂੰ ਬਾਹਰ ਆਉਂਦੇ ਹੀ ਦੇਖਦੀ ਸੀ ਕਿਉਂਕਿ ਜਦੋਂ ਉਹ ਦੇਰ ਰਾਤ ਨੂੰ ਬਾਹਰ ਆਉਂਦੀ ਉਦੋਂ ਨੂੰ ਮੈਂ ਸੌਂ ਜਾਂਦੀ। ਹੁਣ ਤਾਂ ਮੈਨੂੰ ਇਹ ਸਭ ਕੁਝ ਪੜ੍ਹਾਈ ਤਾਂ ਨਹੀਂ ਕੁਝ ਹੋਰ ਹੀ ਲੱਗਦਾ ਸੀ। ਜੇ ਉਹ ਦੀਦੀ ਪੜ੍ਹਾਈ ਲਈ ਕੇਲਾ ਤੇ ਤੇਲ
ਤੇ ਲੈ ਕੇ ਜਾਂਦੀ ਤਾਂ ਉਹ ਲੁਕ ਕੇ ਇਹ ਸਭ ਰੋਜ਼ ਨਾ ਕਰਦੀ। ਦਿਨ ਰਾਤ ਮੇਰੇ ਦਿਮਾਗ ਵਿੱਚੋਂ ਇੱਕ ਗੱਲ ਚੱਲ ਰਹੀ ਸੀ ਕਿ ਦੀਦੀ ਆਪਣੇ ਕਮਰੇ ਵਿੱਚ ਕੀ ਕਰਦੀ ਹੈ। ਮੈਂ ਮਾਲਕਣ ਨਾਲ ਗੱਲ ਕਰਨ ਬਾਰੇ ਸੋਚਿਆ। ਜਦੋਂ ਮੈਂ ਮਾਲਕਣ ਦੇ ਕਮਰੇ ਵਿੱਚ ਗਈ ਤਾਂ ਉਹ ਕਿਸੇ ਨਾਲ ਫੋਨ ਤੇ ਗੱਲ ਕਰ ਰਹੀ ਸੀ, ਪਰ ਮੈਂ ਬਿਨਾਂ ਕੁਝ ਕਹੇ ਉੱਥੋਂ ਆ ਗਈ। ਉਸ ਤੋਂ ਬਾਅਦ ਮੈਂ ਸੋਚਿਆ ਕਿ ਦੀਦੀ ਕੁਝ ਹੋਰ ਹੀ ਕਰ ਰਹੀ ਹੈ ਅਤੇ ਜੇਕਰ ਮੈਂ ਮਾਲਕਣ ਨੂੰ ਬਿਨਾਂ ਕੁਝ ਦੱਸੇ ਘਰ ਵਿੱਚ ਹੰਗਾਮਾ ਮਚਾ ਦਿੱਤਾ ਤਾਂ ਚੰਗਾ ਨਹੀਂ ਹੋਵੇਗਾ। ਇਸ ਲਈ ਮੈਂ ਹਾਰ ਮੰਨ ਲਈ ਅਤੇ ਧਿਆਨ ਦੇਣਾ ਬੰਦ ਕਰ ਦਿੱਤਾ। ਅਜੇ ਹੀ ਇੱਕ ਦਿਨ ਮੈਨੂੰ ਨੀਂਦ ਨਹੀਂ ਆ ਰਹੀ ਸੀ। ਮੈਂ ਆਪਣੀ ਮਾਂ ਦੀਆਂ ਯਾਦਾਂ ਵਿੱਚ ਗੁਆਚ ਗਈ ਸੀ। ਉਦੋਂ ਹੀ ਦੀਦੀ ਆਪਣੇ ਕਮਰੇ ਵਿੱਚੋਂ ਬਾਹਰ ਆਈ। ਉਸ ਦੀਆਂ ਅੱਖਾਂ ਵਿੱਚ ਹੰਝੂ ਦੇਖੇ। ਮੈਂ ਕਮਰੇ 'ਚੋਂ ਬਾਹਰ ਆ ਕੇ ਦੀਦੀ ਕੋਲ ਗਈ ਤੇ ਪੁੱਛਿਆ, ਤੂੰ ਰੋ ਕਿਉਂ ਰਹੀ ਹੈ? ਦੀਦੀ ਨੇ ਗੱਲ ਬਦਲ ਦੇ ਕੇ ਕਿਹਾ ਕਿ ਕੁਝ ਨਹੀਂ, ਤੁਸੀਂ ਸੋ ਜਾਓ। ਇਹ ਕਹਿ ਕੇ ਉਹ ਕਮਰੇ ਵਿੱਚ ਚਲੀ ਗਈ। ਇਸ ਸਿਲਸਿਲੇ ਵਿੱਚ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ। ਅਜਿਹਾ ਕੀ ਹੋਇਆ ਜੋ ਇੰਨੀ ਖੁਸ਼ ਰਹਿਣ ਵਾਲੀ ਮੀਨਾ ਇੰਨੀ ਦੇਰ ਰਾਤ ਆਪਣੇ ਕਮਰੇ ਤੋਂ ਰੋਂਦੀ ਹੋਈ ਬਾਹਰ ਕਿਉਂ ਆਈ? ਸਾਰਾ ਦਿਨ ਮੇਰੇ ਦਿਮਾਗ ਵਿੱਚ ਇੱਕੋ ਗੱਲ ਚੱਲ ਰਹੀ ਸੀ ਕਿ ਤੇਲ ਲੈ ਕੇ ਇਕੱਲੇ ਕਮਰੇ ਵਿੱਚ ਜਾਣਾ ਅਤੇ ਫਿਰ ਅੱਧੀ ਰਾਤ ਨੂੰ ਹੱਥ ਧੋਣ ਲਈ ਬਾਹਰ ਆਉਣਾ। ਇਹ ਸਭ ਕੁਝ ਕਰਨਾ ਬਹੁਤ ਵੱਡੀ ਗੱਲ ਹੈ। ਹੁਣ ਮੈਨੂੰ ਦੀਦੀ ਤੇ ਸ਼ੱਕ ਹੋਣ ਲੱਗਾ ਕਿ ਉਹ ਕੁਝ ਗਲਤ ਕਰ ਰਹੀ ਹੈ। ਅਗਲੇ ਦਿਨ ਦੀਦੀ ਆਪਣੇ ਕਾਲਜ ਚਲੀ ਗਈ ਤੇ ਵੱਡੀ ਦੀਦੀ ਆਪਣੀ ਕੋਚਿੰਗ ਸੈਂਟਰ ਚਲੀ ਗਈ ਤਾਂ ਮੈਂ ਮਾਲਕਣ ਨੂੰ ਚਾਹ ਦੇਣ ਗਈ। ਮੌਕਾ ਮਿਲਦਿਆਂ ਹੀ ਮੈਂ ਮੀਨਾ ਦੀਦੀ ਦੇ ਕਮਰੇ ਵਿੱਚ ਜਾਣ ਬਾਰੇ ਸੋਚਿਆ। ਫਿਰ ਜਦੋਂ ਮਾਲਕਣ ਸੋ ਗਈ ਤਾਂ ਮੈਂ ਮੀਨਾ ਦੀਦੀ ਦੇ ਕਮਰੇ ਵਿੱਚ ਚਲੀ ਗਈ, ਪਰ ਕਮਰੇ ਵਿੱਚ ਅਜਿਹਾ ਕੁਝ ਨਹੀਂ ਸੀ। ਸਾਰਾ ਸਮਾਨ ਸਹੀ ਤਰੀਕੇ ਨਾਲ ਪਿਆ ਸੀ। ਮੈਂ ਬਾਹਰ ਆ ਕੇ ਸੋਚਣ ਲੱਗੀ ਕੀ ਗੱਲ ਹੈ ਤਾਂ ਮੀਨਾ ਦੀਦੀ ਅਤੇ ਉਸ ਦੀ ਵੱਡੀ ਭੈਣ ਆ ਗਈ। ਮੈਂ ਦੋਵਾਂ ਲਈ ਖਾਣਾ ਪਾ ਦਿੱਤਾ, ਪਰ ਮੀਨਾ ਦੀਦੀ ਨੇ ਖਾਣਾ ਖਾਣ ਤੋਂ ਮਨਾ ਕਰ ਦਿੱਤਾ ਅਤੇ ਸਵੇਰ ਦਾ ਨਾਸ਼ਤਾ ਵੀ ਨਹੀਂ ਕਰਕੇ ਗਈ। ਮੈਂ ਕਈ ਵਾਰ ਕਿਹਾ ਕਿ ਦੀਦੀ ਤੁਸੀਂ ਖਾਣਾ ਖਾ ਲਓ। ਉਹ ਮੇਰੇ ਤੇ ਗੁੱਸਾ ਹੋ ਗਈ। ਫਿਰ ਮੈਂ ਕੁਝ ਨਹੀਂ ਕਿਹਾ। ਮੈਂ ਕੁਝ ਦੇਰ ਬਾਅਦ ਦੀਦੀ ਤੋਂ ਸਭ ਕੁਝ ਪੁੱਛਣ ਬਾਰੇ ਸੋਚਿਆ। ਫਿਰ ਮੈਂ ਸੋਚਿਆ ਕਿ ਜੇ ਮੈਂ ਪੁੱਛ ਲਿਆ ਤਾਂ ਉਹ ਗੁੱਸੇ ਵਿੱਚ ਆ ਜਾਵੇਗੀ। ਤਾਂ ਮੀਨਾ ਦੀਦੀ ਚਿੰਤਾ ਵਿੱਚ ਸੀ, ਕਿਉਂਕਿ ਜਦੋਂ ਤੋਂ ਮੈਂ ਇੱਥੇ ਕੰਮ ਕਰਨ ਆਈ ਸੀ ਉਹਨਾਂ ਨੇ ਮੈਨੂੰ ਕਦੇ ਇਹ ਅਹਿਸਾਸ ਨਹੀਂ ਕਰਵਾਇਆ ਕਿ ਮੈਂ ਇੱਕ ਨੌਕਰਾਨੀ ਹਾਂ। ਥੋੜੀ ਦੇਰ ਬਾਅਦ ਮੇਰੇ ਮਨ ਵਿੱਚ ਖਿਆਲ ਆਇਆ ਕਿ ਕਿਉਂ ਨਾ ਮੈਂ ਉਹਨਾਂ ਦੇ ਕਮਰੇ ਵਿੱਚ ਲੁਕ ਕੇ ਬੈਠਾਂ ਅਤੇ ਦੇਖਾਂ ਆਖਿਰ ਕੀ ਹੁੰਦਾ ਹੈ। ਫਿਰ ਮੈਂ ਰਾਤ ਨੂੰ ਸਾਰਿਆਂ ਨੂੰ ਖਾਣਾ ਦਿੱਤਾ ਅਤੇ ਆਪ ਬਿਨਾਂ ਖਾਧੇ ਦੀਦੀ ਦੇ ਕਮਰੇ ਦੇ ਇੱਕ ਕੋਨੇ ਵਿੱਚ ਲੁਕ ਗਈ। ਮੈਂ ਉਸ ਟਾਈਮ ਲੁਕੀ ਸੀ ਜਦੋਂ ਦੀਦੀ ਰਸੋਈ ਵਿੱਚੋਂ ਕੇਲਾ ਤੇ ਤੇਲ ਲੈਣ ਗਈ ਸੀ। ਫਿਰ ਮੈਂ ਦੇਖਿਆ ਕਿ ਦੀਦੀ ਆਪਣੇ ਕਮਰੇ ਵਿੱਚ ਆਉਂਦੀ ਹੈ ਤੇ ਕਮਰੇ ਦੇ ਪਿੱਛੇ ਵਾਲਾ ਦਰਵਾਜ਼ਾ ਖੋਲ੍ਹਦੀ ਹੈ। ਮੈਂ ਸੋਚਿਆ ਕਿ ਜਿਸ ਦਿਨ ਮੈਂ ਦੀਦੀ ਦੇ ਕਮਰੇ ਵਿੱਚ ਆਈ ਸੀ ਉਸ ਦਿਨ ਮੈਂ ਇਹ ਦਰਵਾਜ਼ਾ ਨਹੀਂ ਦੇਖਿਆ ਸੀ, ਤਾਂ ਇਹ ਨਜ਼ਰ ਨਾ ਆਉਣ ਦਾ ਕਾਰਨ ਇਹ ਸੀ ਕਿ ਉਸ ਦਰਵਾਜ਼ੇ ਦੇ ਸਾਹਮਣੇ ਪਰਦਾ ਸੀ। ਉਸ ਤੋਂ ਬਾਅਦ ਮੈਂ ਦੇਖਿਆ ਕਿ ਦੀਦੀ ਉਹ ਦਰਵਾਜ਼ੇ ਰਾਹੀਂ ਇੱਕ ਆਦਮੀ ਨੂੰ ਅੰਦਰ ਲੈ ਕੇ ਆਈ ਅਤੇ ਉਸ ਤੋਂ ਬਾਅਦ ਜੋ ਹੋਇਆ ਉਸ ਨੂੰ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਫਿਰ ਅਚਾਨਕ ਮੇਰੇ ਹੱਥ ਵਾਲੀ ਚੈਨ ਜੋ ਮੇਰੀ ਮਾਂ ਨੇ ਮੇਲੇ ਤੋਂ ਲਿਆ ਕੇ ਦਿੱਤੀ ਸੀ ਉਹ ਬਾਹਰ ਆ ਕੇ ਡਿੱਗ ਪਈ। ਉਸ ਆਵਾਜ਼ ਤੋਂ ਦੀਦੀ ਨੂੰ ਮਹਿਸੂਸ ਹੋਇਆ ਕਿ ਉਸ ਦੇ ਕਮਰੇ ਵਿੱਚ ਕੋਈ ਹੋਰ ਹੈ। ਉਸ ਨੇ ਉੱਠ ਕੇ ਹਰ ਪਾਸੇ ਦੇਖਿਆ ਤਾਂ ਮੈਨੂੰ ਇੱਕ ਕੋਨੇ ਵਿੱਚ ਖੜੀ ਦੇਖਿਆ। ਦੀਦੀ ਮੈਨੂੰ ਦੇਖ ਕੇ ਘਬਰਾ ਗਈ ਤੇ ਗੁੱਸੇ ਨਾਲ ਮੇਰੇ ਵੱਲ ਦੇਖ ਕੇ ਬੋਲੀ, ਤੁਸੀਂ ਇੱਥੇ ਕੀ ਕਰ ਰਹੇ ਹੋ? ਅਤੇ ਉਹ ਵੀ ਇਸ ਤਰ੍ਹਾਂ ਲੁਕ ਕੇ। ਮੈਂ ਕਿਹਾ, ਭੈਣ ਜੀ ਮੈਨੂੰ ਮਾਫ ਕਰ ਦਿਓ, ਮੈਂ ਕਿਸੇ ਗਲਤ ਇਰਾਦੇ ਨਾਲ ਨਹੀਂ ਖੜੀ ਸੀ। ਮੈਨੂੰ ਤੁਹਾਡੀ ਚਿੰਤਾ ਸੀ ਕਿਉਂਕਿ ਅੱਜ ਕੱਲ੍ਹ ਤੁਸੀਂ ਨਾ ਤਾਂ ਚੰਗੀ ਤਰ੍ਹਾਂ ਖਾਂਦੇ ਹੋ ਅਤੇ ਤੁਸੀਂ ਉਸ ਦਿਨ ਆਪਣੇ ਕਮਰੇ ਤੋਂ ਰੋਂਦੇ ਹੋਏ ਬਾਹਰ ਆਏ ਸੀ। ਉਸ ਤੋਂ ਬਾਅਦ ਮੀਨਾ ਦੀਦੀ ਨੇ ਮੈਨੂੰ ਸਭ ਕੁਝ ਦੱਸਿਆ ਕਿ ਮੈਂ ਕੁਝ ਗਲਤ ਨਹੀਂ ਕਰਦੀ। ਉਸ ਨੇ ਉਸ ਆਦਮੀ ਵੱਲ ਇਸ਼ਾਰਾ ਕਰਕੇ ਕਿਹਾ ਕਿ ਇਹ ਮੇਰਾ ਦਾਦਾ ਜੀ ਹੈ। ਮੇਰੇ ਪਿਤਾ ਜੀ ਦੀ ਮੌਤ ਤੋਂ ਬਾਅਦ ਮੇਰੀ ਮਾਂ ਨੇ ਇਹਨਾਂ ਨੂੰ ਘਰੋਂ ਕੱਢ ਦਿੱਤਾ ਸੀ। ਉਦੋਂ ਤੋਂ ਉਹ ਇੱਕ ਮੰਦਿਰ ਵਿੱਚ ਰਹਿੰਦੇ ਹੈ, ਪਰ ਮੈਂ ਇਹ ਸਭ ਨਹੀਂ ਦੇਖ ਸਕੀ। ਮੈਂ ਇਸ ਬਾਰੇ ਆਪਣੀ ਮਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਫਿਰ ਉਸਨੇ ਮੈਨੂੰ ਬਹੁਤ ਡਾਂਟਿਆ। ਇਸ ਤੋਂ ਬਾਅਦ ਮੈਂ ਇੱਕ ਯੋਜਨਾ ਬਣਾਈ। ਮੈਂ ਰਾਤ ਨੂੰ ਦਾਦਾ ਜੀ ਨੂੰ ਆਪਣੇ ਕਮਰੇ ਵਿੱਚ ਲੈ ਕੇ ਆਉਂਦੀ ਅਤੇ ਸਵੇਰੇ ਦੂਜੇ ਦਰਵਾਜ਼ੇ ਰਾਹੀਂ ਵਾਪਸ ਭੇਜ ਦਿੰਦੀ। ਮੈਂ ਦੀਦੀ ਨੂੰ ਪੁੱਛਿਆ ਕਿ ਫਿਰ ਕੇਲਾ ਅਤੇ ਤੇਲ, ਤਾਂ ਦੀਦੀ ਕਹਿਣ ਲੱਗੀ ਕਿ ਮੇਰੇ ਦਾਦਾ ਜੀ ਦਾ ਲਿਵਰ ਕਮਜ਼ੋਰ ਹੈ,
ਜਿਸ ਕਾਰਨ ਉਹਨਾਂ ਦੇ ਜ਼ਿਆਦਾ ਖਾਣਾ ਨਹੀਂ ਪਚਦਾ। ਇਸ ਲਈ ਉਹ ਇੱਕ ਟਾਈਮ ਹੀ ਖਾਣਾ ਖਾਂਦੇ ਹੈ। ਹਰ ਰੋਜ਼ ਸਵੇਰੇ ਕਾਲਜ ਜਾਂਦੇ ਸਮੇਂ ਮੈਂ ਖਾਣਾ ਦੇ ਆਉਂਦੀ ਅਤੇ ਰਾਤ ਨੂੰ ਖਾਣਾ ਨਹੀਂ ਸੀ ਖਾਂਦੇ। ਇਸ ਲਈ ਮੈਂ ਉਸ ਨੂੰ ਫਲ ਖਵਾਉਣਾ ਸ਼ੁਰੂ ਕਰ ਦਿੱਤਾ ਅਤੇ ਕੇਲਾ ਇਹਨਾਂ ਦਾ ਪਸੰਦ ਦਾ ਫਲ ਹੋਣ ਕਰਕੇ ਮੈਂ ਰੋਜ਼ ਰਾਤ ਨੂੰ ਇਹਨਾਂ ਲਈ ਕੇਲਾ ਲੈ ਕੇ ਆਉਂਦੀ। ਮਾਂ ਅਤੇ ਭੈਣ ਨੂੰ ਪਤਾ ਨਹੀਂ ਲੱਗਣ ਦਿੱਤਾ। ਇਸੇ ਕਾਰਨ ਮੈਂ ਸਭ ਕੁਝ ਲੁਕ ਕੇ ਕਰਦੀ ਹਾਂ ਅਤੇ ਮੇਰੇ ਦਾਦਾ ਜੀ ਦੇ ਗੋਡਿਆਂ ਵਿੱਚ ਬਹੁਤ ਦਰਦ ਹੈ। ਇਸ ਲਈ ਮੈਂ ਤੇਲ ਲਿਆਉਣਾ ਸ਼ੁਰੂ ਕਰ ਦਿੱਤਾ ਤਾਂ ਕਿ ਇਹਨਾਂ ਦੇ ਗੋਡਿਆਂ ਦੀ ਮਾਲਿਸ਼ ਕਰ ਸਕਾਂ। ਕਾਫੀ ਦੇਰ ਤੱਕ ਮਾਲਿਸ਼ ਕਰਨ ਨਾਲ ਉਹ ਪਸੀਨੇ ਨਾਲ ਭਿੱਜ ਜਾਂਦੀ ਸੀ। ਉਦੋਂ ਹੀ ਉਹ ਤੇਲ ਵਾਲੇ ਹੱਥ ਧੋਣ ਜਾਂਦੀ ਸੀ। ਦੀਦੀ ਨੇ ਦੱਸਿਆ ਕਿ ਇਸ ਕਾਰਨ ਮੇਰੇ ਦਾਦਾ ਜੀ ਦੀ ਸਿਹਤ ਠੀਕ ਨਹੀਂ ਸੀ, ਪਰ ਮੈਂ ਮਜਬੂਰ ਸੀ। ਇਸ ਕਾਰਨ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਦੀਦੀ ਦੀਆਂ ਇਹ ਸਭ ਗੱਲਾਂ ਸੁਣ ਕੇ ਹੁਣ ਮੇਰਾ ਸਾਰਾ ਵਹਿਮ ਖਤਮ ਹੋ ਗਿਆ ਸੀ। ਮੈਂ ਬਿਨਾਂ ਕੁਝ ਕਹੇ ਆਪਣੇ ਕਮਰੇ ਵਿੱਚ ਆ ਗਈ। ਮੈਂ ਬਾਰ-ਬਾਰ ਮਾਲਕਣ ਨੂੰ ਕੋਸ ਰਹੀ ਸੀ ਕਿ ਉਹ ਇੰਨੀ ਨਿਰਦਈ ਕਿਵੇਂ ਹੋ ਸਕਦੀ ਹੈ, ਜੋ ਪਿਤਾ ਸਮਾਨ ਬਿਮਾਰ ਸਹੁਰੇ ਨੂੰ ਘਰੋਂ ਕੱਢ ਦਿੱਤਾ। ਪਰ ਮਨ ਹੀ ਮਨ ਵਿੱਚ ਦੀਦੀ ਤੇ ਵੀ ਮਾਣ ਮਹਿਸੂਸ ਹੋ ਰਿਹਾ ਸੀ ਕਿ ਅੱਜ ਦੇ ਸਮੇਂ ਵਿੱਚ ਬਹੁਤ ਘੱਟ ਲੋਕਾਂ ਦੇ ਅਜੇ ਚੰਗੇ ਦਿਲ ਹੁੰਦੇ ਨੇ ਅਤੇ ਉਹ ਦਿਲ ਮੀਨਾ ਦੀਦੀ ਕੋਲ ਸੀ। ਪਤਾ ਨਹੀਂ ਇਸ ਦੁਨੀਆ ਨੂੰ ਕੀ ਹੋ ਗਿਆ ਹੈ। ਬਜ਼ੁਰਗਾਂ ਨੂੰ ਬਿਨਾਂ ਸੋਚੇ ਸਮਝੇ ਘਰੋਂ ਕੱਢ ਦਿੱਤਾ ਜਾਂਦਾ ਹੈ। ਹੁਣ ਮੈਨੂੰ ਸਭ ਕੁਝ ਸਮਝ ਆ ਗਿਆ ਸੀ ਕਿ ਜਿਸ ਨੂੰ ਦੁੱਖ ਹੁੰਦਾ ਹੈ ਉਹੀ ਉਸ ਦਰਦ ਨੂੰ ਸਮਝ ਸਕਦਾ ਹੈ। ਦੋਸਤੋ, ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ। ਧੰਨਵਾਦ।